ਜਿਵੇਂ ਪਹਿਲਾਂ ਅਸੀਂ ਮੂਲ ਮੰਤਰ ਦੀ ਵਿਚਾਰ ਕੀਤੀ, ਉਸ ਤੋਂ ਬਾਅਦ ਜਪ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦਾ ਉਚਾਰਨ ਕੀਤਾ। ਆਦਿ ਸੱਚ, ਕਿ ਉਹ ਰੱਬ ਮੁੱਢ ਤੋਂ ਸੱਚ ਆ, ਜਦੋਂ ਤੋਂ ਦੁਨੀਆ ਬਣੀ। ਜੁਗਾਦ ਸੱਚ, ਜੁਗਾਂ ਜੁਗਾਂ ਤੋਂ ਸੱਚ ਆ, ਕਿ ਸਮੇਂ ਨੂੰ ਜੁਗਾਂ 'ਚ ਨਾਪਿਆ ਰਿਸ਼ੀਆਂ ਮੁਨੀਆਂ ਨੇ, ਪੁਰਾਣੇ ਸਾਧਾਂ ਨੇ। ਮੈਂ ਕਿਹਾ ਜੁਗਾਂ ਜੁਗਾਂ ਤੋਂ ਸੱਚ ਹੈ, ਭੀ ਸੱਚ। ਇਹ ਚੱਲ ਰਹੇ ਸਮੇਂ ਵਰਤਮਾਨ ਕਾਲ ਵਿੱਚ ਵੀ ਸੱਚ ਆ। ਨਾਨਕ ਹੋਸੀ ਭੀ ਸੱਚ, ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਹੀ ਰਹੇਗਾ। ਹੁਣ ਇਹ ਗੱਲਾਂ ਫਰਮਾਨ ਕੇ ਦਾ ਤੋਂ ਬਾਅਦ ਦੂਸਰੀ ਪੌੜੀ ਦਾ ਉਚਾਰਨ ਕਰਦੇ ਆ। ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ, ਚੁਪੈ ਚੁੱਪ ਨ ਹੋਵਈ, ਜੇ ਲਾਏ ਰਹਾ ਲਿਵਤਾਰ, ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ, ਸਹਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਦੂਜੀ ਪੌੜੀ ਦੀਆਂ ਆਖਰੀ ਪੰਕਤੀਆਂ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਕਿ ਇੰਨੇ ਕਾਰਜ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਉਹ ਗੱਲ ਕਰਦੇ ਕਿ ਸਚਿਆਰ ਕਿਵੇਂ ਹੋਣਾ, ਸੱਚ ਦੀ ਕਿਵੇਂ ਪ੍ਰਾਪਤੀ ਹੋਣੀ ਹੈ। ਜਿਵੇਂ ਪਹਿਲੀ ਪੰਕਤੀ ਪੜ੍ਹਦੇ ਆ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਰਿਸ਼ੀ ਮੁਨੀ ਜਿਹੜੇ ਸੀ, ਉਹ ਤੀਰਥਾਂ ਦੇ ਇਸ਼ਨਾਨ ਨੂੰ, ਚੁੱਪ ਰਹਿ ਜਾਣ ਨੂੰ, ਸਰੀਰ ਨੂੰ ਰਜਾ ਦੇਣਾ ਕਿਸ ਚੀਜ਼ ਨਾਲ, ਕਈ ਸਿਆਣਪਾਂ ਵਰਤਦੇ ਹੀ, ਰੱਬ ਨੂੰ ਪਾਉਣ ਬਾਰੇ ਦੱਸਦੇ ਸੀ। ਜਿਵੇਂ ਪਹਿਲੀ ਗੱਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਹੀ ਆ, ਸੋਚਿਆ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋਚੇ ਦਾ ਅਰਥ ਨਹਾਉਣਾ, ਇਸ਼ਨਾਨ ਕਰਨਾ ਕੱਟਿਆ ਗਿਆ, ਸੁਚਤਾ, ਪਵਿੱਤਰਤਾ ਕਾਇਮ ਰੱਖਣਾ। ਸੋਚ ਦਾ ਸੋਚਿਆ ਸੋਚ ਨਾ ਹੋਵਈ, ਲੱਖਾਂ ਵਾਰ ਵੀ ਇਸ਼ਨਾਨ ਕਰ ਲਈਏ, ਜੇ ਸੋਚੀ ਲੱਖ ਵਾਰ ਵੀ, ਜੇ ਲੱਖਾਂ ਵਾਰ ਵੀ ਇਸ਼ਨਾਨ ਕਰ ਲਈਏ ਤੇ ਫਿਰ ਵੀ ਬੰਦਾ ਪਵਿੱਤਰ ਨਹੀਂ ਹੋ ਸਕਦਾ, ਕਿਉਂਕਿ ਬਹੁਤਾਂਤ ਵਿੱਚ ਗੁਰਬਾਣੀ ਮਨ ਦੀ ਹੀ ਗੱਲ ਕਰਦੀ ਆ, ਨਾ ਕਿ ਤਨ ਦੀ ਗੱਲ ਕਰਦੀ ਹੈ। ਕਿਉਂਕਿ ਇਹ ਦੇਹ ਆ, ਦੇਹ ਨੂੰ ਜਿਹੜੀ ਕਮਾਂਡ ਦੇਣੀ ਆ, ਜਿਹੜਾ ਹੁਕਮ ਦੇਣਾ, ਉਹ ਮਨ ਨੇ ਦੇਣਾ। ਦੇਹ ਕੋਈ ਮਾੜਾ ਕੰਮ ਨਹੀਂ ਕਰਦੀ। ਮਨ ਚੋਰੀ ਕਰਨ ਦੀ ਸੋਚਦਾ ਵਾ, ਫਿਰ ਤਨ ਚੋਰੀ ਕਰਦਾ ਵਾ, ਨਾ ਕਿ ਤਨ ਕਹਿੰਦਾ ਮਨ ਨੂੰ। ਕੋਈ ਕਾਮ ਵਾਸ਼ਨਾ ਜਾਗਦੀ, ਉਹ ਮਨ ਨੂੰ ਜਾਗਦੀ ਹੈ, ਨਾ ਕਿ ਤਨ ਨੂੰ। ਕਈ ਲੋਕਾਂ ਨੇ, ਕਈ ਡੇਰਿਆਂ 'ਚ ਸਾਧਾਂ ਦੇ ਵੀ, ਜਿਵੇਂ ਪਿੱਛੇ ਰਾਮ ਰਹੀਮ ਦੇ ਉਹਨੇ ਨਸਬੰਦੀ ਕਰਵਾਤੀ ਸਾਧਾਂ ਦੀ, ਫਿਰ ਇਹਦੇ ਨਾਲ ਤੁਹਾਡਾ ਕਾਮ ਵਾਸ਼ਨਾ ਨੂੰ ਜਾਗੂ ਨਹੀਂ। ਕਾਮ ਵਾਸ਼ਨਾ ਮਨ ਦਾ ਵਿਸ਼ਾ ਵਾ, ਨਾ ਕਿ ਤਨ ਦਾ ਵਿਸ਼ਾ ਵਾ। ਜਿਹੜੀ ਵੀ ਗੱਲ ਕਰਨੀ ਆ, ਜਿਹੜਾ ਮਾੜਾ ਕਰਮ ਕਰਨਾ ਚਾਹੇ ਚੰਗਾ ਕਰਨਾ, ਉਹ ਮਨ ਨੇ ਹੀ ਕਰਨਾ। ਤੇ ਗੁਰੂ ਨਾਨਕ ਪਾਤਸ਼ਾਹ ਨੇ ਮਨ ਦੀ ਸੁਚਤਾ ਦੀ ਗੱਲ ਕੀਤੀ। ਕਹਿੰਦੇ ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਪੁਰਾਣੇ ਰਿਸ਼ੀ ਮੁਨੀ ਕਹਿੰਦੇ ਸੀ ਕਿ ਤੀਰਥਾਂ ਦਾ ਰਟਨ ਕਰਨਾ, ਜੰਗਲਾਂ 'ਚ ਭਰਮਣਾ, ਤੀਰਥਾਂ ਦਾ ਇਸ਼ਨਾਨ ਕਰਨਾ, ਇਹਦੇ ਨਾਲ ਵੀ ਬੰਦਾ ਪਵਿੱਤਰ ਤੇ ਸੁਚਤਾ ਹੁੰਦੀ। ਇਹਦੇ ਨਾਲ ਸਿਰਫ ਮਨ ਦੀ ਸੁਚਤਾ ਨਹੀਂ ਹੁੰਦੀ, ਸਿਰਫ ਤਨ ਦੀ ਸੁਚਤਾ ਹੁੰਦੀ, ਮਨ ਦੀ ਨਹੀਂ ਹੁੰਦੀ। ਨਾ ਸਿਰਫ ਤਨ ਹੀ ਜਿਹੜਾ ਸੁੱਚਾ ਹੋ ਸਕਦਾ। ਜੇ ਗੱਲ ਕਹਿ ਦਈਏ ਕਿ ਦੂਸਰੇ ਧਰਮਾਂ ਨੂੰ ਥੋੜ੍ਹਾ ਟਾਰਗੇਟ ਕਰਕੇ ਤੇ ਸਾਰੇ ਬੜੇ ਖੁਸ਼ ਹੁੰਦੇ ਗੱਲ ਤੇ, ਪਰ ਅਸਲੀਅਤ ਇਹ ਆ, ਸੱਚਾਈ ਤੇ ਇਹ ਆ ਕਿ ਕਿਸੇ ਵੀ ਤੀਰਥ ਦਾ ਇਸ਼ਨਾਨ ਕਰ ਲਓ, ਕਿਸੇ ਵੀ ਧਰਮ ਦੇ ਤੀਰਥ ਇਸ਼ਨਾਨ ਦਾ, ਉਹਦੇ ਨਾਲ ਸਿਰਫ ਤੁਹਾਡਾ ਤਨ ਪਵਿੱਤਰ ਹੋਊਗਾ, ਨਾ ਕਿ ਮਨ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਕਹਿ ਹੀ ਦਿੱਤਾ ਕਿ ਸੋਚਿਆ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਬਹੁਤਾਂਤ ਵਿੱਚ ਗੁਰਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਉਹ ਗੱਲਾਂ ਨੂੰ ਨਕਾਰਿਆ ਜਿਹੜੇ ਉਸ ਸਮੇਂ ਦੇ ਰਿਸ਼ੀ ਮੁਨੀ ਕਰਦੇ ਸੀ। ਤੇ ਇਹ ਨਹੀਂ ਕਿ ਲੋਕਾਂ ਨੇ ਉਹਨਾਂ ਦੀ ਮੰਨ ਕੇ ਤੇ ਉਹ ਗੱਲਾਂ ਕਰਨੀਆਂ ਬੰਦ ਕਰਤੀਆਂ, ਉਹ ਗੱਲਾਂ ਉਵੇਂ ਹੀ ਕਾਇਮ ਰੱਖੀਆਂ। ਪੁਜਾਰੀਵਾਦ ਨੇ ਘੁਮਾ ਫਰਾ ਕੇ ਫਿਰ ਇਹਨਾਂ ਵਿੱਚ ਵੀ ਫੇਰ ਲੈਣਤੀਆਂ ਉਹ ਗੱਲਾਂ, ਕਿਉਂਕਿ ਤੀਰਥਾਂ ਦੇ ਇਸ਼ਨਾਨ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਵਾ। ਤੇ ਗੁਰੂ ਨਾਨਕ ਪਾਤਸ਼ਾਹ ਹੋਣੀ ਤੇ ਪਹਿਲੀ ਪੰਕਤੀ ਹੀ ਨਿੱਤ ਜਪਜੀ ਸਾਹਿਬ ਪੜ੍ਹਦੇ ਆ, ਉਹ ਨਿੱਤ ਕਹਿੰਦੇ ਆ, ਕਹਿ ਤੇ ਦਿੰਦੇ ਨਿਤਨੇਮ ਕਰਦੇ ਤਾਂ ਹੀ ਆਖੀਦਾ, ਰੱਟੇ ਹੀ ਮਾਰਦੇ ਜੇ ਸਮਝਦੇ ਨਹੀਂ ਜੇ। ਕਿ ਸੋਚਾ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਵੀ ਲੱਖਾਂ ਵਾਰ ਵੀ ਜੇ ਨਹਾ ਲਈਏ ਨਾ, ਇਸ਼ਨਾਨ ਕਰ ਲਈਏ, ਤੇ ਕਦੀ ਮਨ ਪਵਿੱਤਰ ਨਹੀਂ ਹੋ ਸਕਦਾ।
ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਇੱਕ ਬੜਾ ਤਗੜਾ ਤਰੀਕਾ ਦੱਸਦੇ ਹੁੰਦੇ ਸੀ ਪੁਰਾਣੇ ਰਿਸ਼ੀ ਮੁਨੀ ਮਨ ਨੂੰ ਇਕਾਂਤ ਕਰਨ ਦਾ, ਕਿ ਚੁੱਪ ਹੋ ਕੇ ਬਹਿ ਜਾਓ, ਮੌਨ। ਕਈ ਮੌਨੀ ਸਾਧੂ ਵੀ ਵੇਖੇ ਗਏ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤਨ ਨੂੰ ਚੁੱਪ ਕਰਾਉਣ ਨਾਲ ਕੁਝ ਨਹੀਂ ਹੋਣਾ। ਆਪ ਵੇਖ ਲਿਓ, ਕਈ ਵਾਰ ਬੰਦਾ ਸ਼ਾਂਤ ਲੰਮੇ ਪਿਆ ਹੁੰਦਾ ਵਾ, ਮਨ ਕਿਤੇ ਪੁੱਜਾ ਹੁੰਦਾ। ਬੰਦਾ ਇੱਥੇ ਲੰਮੇ ਪਿਆ ਹੁੰਦਾ ਵਾ, ਮਨ ਕੇ ਹੋਰ ਦੇਸ਼ਾਂ ਦੀ ਸੈਰ ਕਰਨ ਡਿਆ ਹੁੰਦਾ ਵਾ। ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਜਿੰਨੇ ਮਰਜ਼ੀ ਤਨ ਨੂੰ ਚੁੱਪ ਰੱਖ ਲਓ, ਜਿੰਨੇ ਮਰਜ਼ੀ ਮੌਨ ਧਾਰਨ ਕਰ ਲਓ, ਪਰ ਮਨ ਨਹੀਂ ਇੱਦਾਂ ਚੁੱਪ ਹੋਣਾ। ਮਨ ਨੂੰ ਤਨ ਦੇ ਚੁੱਪ ਹੋਣ ਨਾਲ ਮਨ ਕਦੀ ਚੁੱਪ ਨਹੀਂ ਹੁੰਦਾ। ਤਨ ਦਾ ਚੁੱਪ ਹੋਣਾ ਸਿਰਫ ਤਨ ਦਾ ਹੀ ਵਿਸ਼ਾ ਵਾ, ਮਨ ਦਾ ਨਹੀਂ। ਕਿਉਂਕਿ ਮਨ ਤੇ ਆਦੇਸ਼ ਦਿੰਦਾ ਵਾ ਤਨ ਨੂੰ, ਕਰਕੇ ਉਹਨਾਂ ਮੌਨ ਧਾਰਨ ਦਾ ਜਿਹੜਾ ਵਾ ਪੁਰਾਣਾ ਰਿਵਾਜ ਉਹ ਵੀ ਨਕਾਰਿਆ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇੱਕ ਪੁਰਾਣੇ ਸਾਧੂਆਂ ਰਿਸ਼ੀਆਂ ਮੁਨੀਆਂ ਨੇ ਤਰੀਕਾ ਹੀ, ਕਹਿੰਦੇ ਮਾਇਆ ਨਾ ਮਨ ਨੂੰ ਇੰਨਾ ਕਰ ਰਜਾਲੋ ਕਿ ਮਾਇਆ ਦੀ ਭੁੱਖ ਹੀ ਨਾ ਰਹੇ। ਜਿਵੇਂ ਓਸ਼ੋ ਵੀ ਇੱਕ ਬੜਾ ਵਧੀਆ ਫਿਲਾਸਫਰ ਹੋਇਆ, ਬੜੀ ਵਧੀਆ ਫਿਲਾਸਫੀ ਉਹਦੀ, ਸੁਣਨ ਵਾਲਾ ਬੰਦਾ ਉਹ ਵੀ। ਸੰਸਾਰ 100% ਤਾਂ ਕੋਈ ਵੀ ਨਹੀਂ ਸਹੀ ਹੁੰਦਾ, ਕੋਈ 50 ਵਾ, ਕੋਈ 60 ਵਾ, ਬਾਕੀ ਕੋਈ ਆਪਣੀਆਂ ਸਾਰੇ ਮਾਰ ਜਾਂਦੇ ਵਿੱਚ, ਸਾਡੇ 'ਚ ਵੀ ਹੁੰਦੀਆਂ ਵਾ, ਹਰ ਇੱਕ ਬੰਦੇ 'ਚ ਹੁੰਦੀਆਂ। ਓਸ਼ੋ ਵੀ ਕਹਿੰਦਾ ਸੀ, ਕਹਿੰਦਾ ਰੱਬ ਨੂੰ ਪਾਉਣ ਦਾ ਤਰੀਕਾ ਇਹ ਆ, ਤਨ ਨੂੰ ਮਨ ਨੂੰ ਸੈਕਸ ਨਾਲ ਇੰਨਾ ਕੁ ਰਜਾ ਲਓ, ਇੰਨਾ ਕੁ ਸੈਕਸ ਕਰੋ ਕਾਮ ਵਾਸ਼ਨਾ ਕਿ ਮੁੜ ਕੇ ਦੀ ਲੋੜ ਹੀ ਨਾ ਪਏ। ਪਰ ਇੱਕ ਗੱਲ ਆ, ਇੱਕ ਕੁਝ ਸਮੇਂ ਵਾਸਤੇ ਲੋੜ ਨਹੀਂ ਪੈਂਦੀ। ਕਦੀ ਵੇਖ ਲਿਓ, ਜੇ ਅੱਜ ਵਾਸ਼ਨਾ ਕੀਤੀ ਆ, ਕਾਮ ਭੋਗ ਕੀਤਾ, ਕੱਲ ਨੂੰ ਦੂਣਾ ਦੇ ਮਨ ਨੂੰ ਵਾਸ਼ਨਾ ਹੋਣੀ ਆ। ਜੇ ਅੱਜ ਕੋਈ ਚੰਗੇ ਪਦਾਰਥ ਖਾਓਗੇ ਨਾ, ਰੋਟੀ ਭਾਵੇਂ ਪਨੀਰ ਨਾ ਖਾ ਲਓ, ਇਹ ਨਹੀਂ ਕਿ ਕੱਲ ਨੂੰ ਭੁੱਖ ਨਹੀਂ ਲੱਗਣੀ, ਕੱਲ ਨੂੰ ਦੂਣੀ ਭੁੱਖ ਲੱਗਣੀ ਆ, ਹੋਰ ਜੀ ਕਰਨਾ ਖਾਣ ਨੂੰ। ਕਿੰਨੀ ਇੱਕ ਸਮੇਂ ਤੇ ਜੇ 10 ਦਿਨ ਪਨੀਰ ਨਾ ਖਾਈ ਜਾਓਗੇ, ਪਨੀਰ ਤੋਂ ਮਨ ਅੱਕ ਜੂਗਾ, ਪਰ ਹੋਰ ਕਿਸ ਚੀਜ਼ ਤੋਂ ਮਨ ਕਰੂਗਾ, ਮਨ ਨੂੰ ਭੁੱਖ ਲੱਗਣੀ ਹੀ ਲੱਗਣੀ ਆ। ਇਹ ਗੱਲ ਨਹੀਂ ਵੀ ਭੁੱਖ ਬੰਦ ਹੋ ਜੂਗੀ, ਇੱਕ ਚੀਜ਼ ਤੋਂ ਮਨ ਅੱਕ ਗਿਆ, ਮਨ ਨੇ ਦੂਸਰੀ ਚੀਜ਼ ਵੱਲ ਹੋ ਜਾਣਾ ਵਾ। ਮਨ ਕਦੀ ਵੀ ਨਹੀਂ ਟਿਕਦਾ, ਇਹਦੀ ਕਦੇ ਤ੍ਰਿਸ਼ਨਾ ਨਹੀਂ। ਹੁਣ ਜਿਹਦੇ ਕੋਲ ਲੱਖ ਰੁਪਈਆ ਵਾ, ਉਹ 2 ਲੱਖ ਕਮਾਉਣ ਦੀ ਸੋਚਦਾ ਵਾ। ਹੁਣ ਅੰਬਾਨੀਆਂ ਕੋਲ ਇੰਨਾ ਪੈਸਾ ਵਾ, ਉਹ ਹੋਰ ਦੁੱਖ ਦੇਣ ਦੀ ਸੋਚਣ ਡੇ, ਲੋਕਾਂ ਨੂੰ ਦੁੱਖ ਦੇਈਏ ਤੇ ਅਸੀਂ ਪੈਸਾ ਕਮਾਈਏ। ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਵੀ ਭਾਵੇਂ ਪੁਰੀਆਂ ਕਈ ਲੋਕਾਂ ਦੇ ਜਿਹੜੇ ਆ ਪਦਾਰਥ ਇਕੱਠੇ ਕਰ ਲਓ, ਧਨ ਮਾਲ ਇਕੱਠਾ ਕਰ ਲਓ ਕਈ ਲੋਕਾਂ ਦਾ, ਪਰ ਫਿਰ ਵੀ ਭੁੱਖ ਨਹੀਂ ਉਤਰ ਸਕਦੀ। ਉਹਨਾਂ ਇਹ ਜਿਹੜਾ ਤਰੀਕਾ ਉਹ ਵੀ ਨਕਾਰਿਆ। ਗੁਰੂ ਨਾਨਕ ਪਾਤਸ਼ਾਹ ਨਾਲ ਪੁਰਾਣੇ ਤਰੀਕੇ ਸਭ ਨਕਾਰੇ। ਵੀ ਭੁੱਖਾ ਨਾ ਜੇ ਕਹਿ ਦਈਏ ਵੀ ਪਦਾਰਥ ਇਕੱਠੇ ਕਰ ਲਾਂਗੇ, ਮਾਇਆ ਨਾ ਮਨ ਰਾਜੂ, ਕਾਮ ਵਾਸ਼ਨਾ ਨਾ ਭੋਗ ਨਾ ਪਦਾਰਥਾਂ ਨਾਲ, ਕਿਸ ਚੀਜ਼ ਨਾਲ ਕਹਿੰਦੇ ਮਨ ਨਹੀਂ ਰੱਜਦਾ। ਭਾਵੇਂ ਜਿੰਨਾ ਦਓਗੇ ਉਨੀ ਭੁੱਖ ਵਧਣੀ ਆ, ਘਟਣੀ ਨਹੀਂ ਆ। ਇੱਥੇ ਤਾਂ ਸਾਧਾਂ ਕੋਲ ਬੜਾ ਬੜਾ ਪੈਸਾ ਵਾ, ਉਹ ਹੋਰ ਹੋਰ ਮੰਗੀ ਜਾਂਦੇ ਆ। ਬੜੇ ਬੜੇ ਡੇਰਿਆਂ ਦੇ ਵਿੱਚ ਲੱਖਾਂ ਕਰੋੜਾਂ ਦਾ ਇੱਥੇ ਬਜਟ ਆ, ਤੇ ਕੋਈ ਵੀ ਨਹੀਂ ਇੱਕ ਦੂਜੇ ਦੀ ਕਰਦਾ। ਕਰਕੇ ਭੁੱਖ ਹੋਰ ਵੱਧਦੀ। ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ। ਭਾਵੇਂ ਕਈ ਲੋਕਾਂ ਦਾ ਖਜ਼ਾਨਾ ਲਿਆਓ, ਭੁੱਖ ਫਿਰ ਵੀ ਨਹੀਂ ਮਿਟਣੀ। ਇਹ ਕਹਿੰਦੇ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਹਜ਼ਾਰਾਂ ਲੱਖਾਂ ਕਰੋੜਾਂ ਸਿਆਣਪਾਂ ਹੋਣ ਬੰਦੇ ਕੋ, ਜੇ ਲੱਖਾਂ ਵੀ ਜਿੱਦਾਂ ਕਈ ਸੋਚਿਆ ਸੋਚ ਨਾ ਹੋਵੇ, ਜੇ ਸੋਚੇ ਲੱਖ ਵਾਰ ਵੀ ਸੋਚਣ ਨਾ ਹੋ ਜਾਊਗਾ। ਕਈ ਸੋਚ ਅਰਥ ਕਰਦੇ ਇੱਦਾਂ। ਇੱਥੇ ਗੁਰੂ ਨਾਨਕ ਪਾਤਸ਼ਾਹ ਸਿਆਣਪਾਂ 'ਚ ਜੇ ਸੋਚ ਦੀ ਵੀ ਗੱਲ ਕੀਤੀ, ਵੀ ਸੋਚ ਨਾਲ ਵੀ ਕੁਛ ਨਹੀਂ ਹੋਣਾ। ਲੱਖਾਂ ਕਰੋੜਾਂ ਸਿਆਣਪਾਂ ਵਰਤ ਲਓ, ਚਾਹੇ ਮੌਨ ਧਾਰ ਕੇ ਬਹਿ ਜਾਓ, ਚਾਹੇ ਪਦਾਰਥਾਂ ਮਨ ਨੂੰ ਰਜਾ ਲਓ, ਚਾਹੇ ਸਰੀਰ ਦੀ ਨਸਬੰਦੀ ਕਰਾ ਲਓ ਵੀ ਵਾਸ਼ਨਾ ਆਊਗੀ ਨਾ। ਹੋਰ ਕਈ ਤਰ੍ਹਾਂ ਦੀਆਂ ਸਿਆਣਪਾਂ। ਜੰਗਲਾਂ 'ਚ ਜਾ ਕੇ ਪਰਿਵਾਰ ਨੂੰ ਛੱਡ ਕੇ ਜੰਗਲਾਂ 'ਚ ਚਲ ਜਾਂਦੇ ਰਹੇ ਸਾਧੂ ਪੁਰਾਣੇ ਜ਼ਮਾਨਿਆਂ 'ਚ, ਤੇ ਉਹਨਾਂ ਆਖਣਾ ਵੀ ਪਰਿਵਾਰ ਛੱਡਤਾ, ਪਰ ਪਰਿਵਾਰ ਨਹੀਂ ਛੱਡਦੇ। ਇੱਕ ਪਰਿਵਾਰ ਦੀ ਖਿੱਚ ਮਰ ਜਾਂਦੀ ਆ, ਦੂਜੀ ਚੀਜ਼ ਦੀ ਖਿੱਚ ਫਿਰ ਪੈਦਾ ਹੋ ਜਾਂਦੀ। ਮਨ ਕਿਸੇ ਨਾ ਕਿਸੇ ਚੀਜ਼ ਨਾਲ ਵੱਜਾ ਹੀ ਰਹਿੰਦਾ ਵਾ, ਤੇ ਮਨ ਨੂੰ ਖੋਲ੍ਹਣਾ ਵਾ। ਜੇ ਕਿਸੇ ਚੀਜ਼ ਨਾਲ ਵੱਜਦਾ ਵਾ ਤੇ ਉਹਨੂੰ ਖੋਲ ਕੇ ਗਾਂਹ ਵੀ ਖੜਨਾ।
ਹੁਣ ਜੇ ਅੱਜ ਬਾਣੀ ਪੜ੍ਹਨ ਤੇ ਮਨ ਵੱਜਾ ਵਾ ਵੀ ਰੱਟੇ ਲਾਉਣੇ ਆ, ਕੱਲ ਨੂੰ ਉਹਨੂੰ ਸਮਝਣ ਤੇ ਵੀ ਖੜਨਾ ਵਾ। ਜੇ ਹੁਣ ਕੱਲਾ ਬਾਣੀ ਤੇ ਰੱਟੇ ਲਾਉਣ ਤੇ ਮਨ ਬੰਨ ਲਿਆ ਵੀ ਨਹੀਂ ਰੱਟੇ ਲਾਉਣੇ ਆ, ਇੱਥੇ ਫਿਰ ਵੀ ਨਹੀਂ ਮਨ ਨੇ ਗਾਂਹ ਪੁੱਜਣਾ। ਫਿਰ ਉਹਨੂੰ ਸਮਝਾਉਣ ਤੇ ਖੜਨਾ ਪੈਣਾ ਵੀ ਸਮਝ ਵੀ ਹੁਣ ਗੁਰਬਾਣੀ ਕਹਿੰਦੀ ਕੀ ਆ, ਇੱਕ ਇੱਕ ਪੰਕਤੀ ਆ ਅਰਥ ਰੱਖਦੀ ਆ, ਨਾ ਕਿ ਜੇ ਕੋਈ ਸ਼ਕਤੀਆਂ ਪ੍ਰਾਪਤ ਹੋਣੀਆਂ, ਕੋਈ ਸ਼ਕਤੀ ਨਹੀਂ ਪ੍ਰਾਪਤ ਹੋਣੀ। ਸ਼ਕਤੀ ਫਿਰ ਹੀ ਪ੍ਰਾਪਤ ਹੋਣੀ, ਮਨ ਨੇ ਸ਼ਕਤੀ ਪ੍ਰਾਪਤ ਹੋਣੀ ਆ ਉਹ ਜੇ ਸਮਝੋਗੇ ਤੇ ਜੇ ਸਮਝਣ ਤੇ ਮਨ ਰੋਕ ਲਿਆ ਗਾੜੀ ਜੀਵਨ 'ਚ ਢਾਲਿਆ ਹੀ ਨਾ, ਤੇ ਫਿਰ ਵੀ ਕੰਮ ਖਰਾਬ। ਜੀਵਨ 'ਚ ਢਾਲਣੀ ਵੀ ਪੈਣੀ ਆ ਬਾਣੀ, ਮਨ ਨੂੰ ਗਾਂਹ ਦੀ ਅਵਸਥਾ 'ਚ ਖੜਨਾ ਪੈਣਾ ਵਾ। ਤੇ ਸਿਆਣਪਾਂ ਵੀ ਕੁਛ ਨਹੀਂ ਕਰ ਲੈਣਾ। ਜੇ ਕਹੇ ਸਿਆਣਪ ਨਾ ਕਰ ਲਾਂਗੇ, ਜ਼ੋਰ ਨਾ ਜੁਗਤੀ ਸੁਟੈ ਸੰਸਾਰ। ਜਿਹੜਾ ਸੰਸਾਰ ਗੁਰੂ ਨਾਨਕ ਪਾਤਸ਼ਾਹ ਬਾਣੀ 'ਚ ਕਹਿੰਦੇ ਜਪਜੀ ਸਾਹਿਬ ਵਿੱਚ, ਜਿਸਾ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਈ। ਵੀ ਜੁਗਤੀਆਂ ਦੇ ਵਿੱਚ ਕਹੋ ਵੀ ਜਿਹੜੀ ਜਿੰਨਾਂ ਕੋਲ ਜੁਗਤੀਆਂ ਨੇ, ਜੁਗਤੀਆਂ ਲਾ ਵੇਖ ਲਈਆਂ ਵਾ। ਕੋਈ ਰੱਬ ਪੈਸਿਆਂ ਨਾਲ ਥੋੜ੍ਹਾ ਖਰੀਦਿਆ ਜਾਂਦਾ, ਰੱਬ ਬਾਹਰੋਂ ਥੋੜ੍ਹਾ ਖਰੀਦਣਾ ਵੀ ਕੋਈ ਉੱਥੇ ਬੈਠਾ ਵਾ, ਕੋਈ ਕਹਿੰਦਾ ਜੀ ਇੰਨੇ ਲੱਖ ਯੋਜਨ ਤੇ ਬੈਠਾ ਵਾ, ਉਹ ਉੱਥੇ ਜਾ ਕੇ ਰੱਬ ਨੂੰ ਵੇਖਣਾ ਵਾ। ਨਹੀਂ, ਰੱਬ ਹਰ ਬੰਦੇ ਦੇ ਵਿੱਚ, ਬੰਦੇ ਦੀ ਸੱਚਾਈ ਰੱਬ ਆ, ਬੰਦੇ ਦੇ ਅੰਦਰ ਹੀ ਆ ਵਸਿਆ। ਸਾਡੀ ਯਾਤਰਾ ਬਾਹਰ ਨੂੰ ਹੁੰਦੀ ਹੈ ਵੀ ਬਾਹਰ ਨੂੰ ਚੱਲੀ ਗਈ, ਉਹ ਤੀਰਥ ਸਥਾਨ ਤੋਂ ਜਾ ਕੇ ਲੱਭਣਾ, ਉੱਥੇ ਲੱਭਣਾ। ਜੋਗੀਆਂ ਬੜਾ ਘੁੰਮ ਘੁੰਮ ਵੇਖ ਲਿਆ, ਹਿਮਾਲਿਆ ਪਰਬਤਾਂ ਤੇ ਚੜ੍ਹ ਵੇਖ ਲਿਆ ਵਾ। ਪਰਬਤਾਂ ਤੇ ਜਾ ਕੇ ਰੱਬ ਪਾਉਣਾ, ਪਰਿਵਾਰ ਛੱਡ ਕੇ ਰੱਬ ਪਾਉਣਾ, ਸਰੀਰ ਨੂੰ ਦੁੱਖ ਦੇ ਦੇ ਕੇ ਕਈ ਦੁੱਖ ਦਿੰਦੇ ਆ ਕਿ ਰੱਬ ਦਾ ਨਾਂ ਚੇਤਾ ਰਹੂਗਾ। ਕਈ ਭੁੱਖਾ ਨਾ ਮਰਦੇ ਵੀ ਆ, ਕਈ ਸਿਆਣਪਾਂ ਵਰਤਦੇ ਵੀ ਭੁੱਖ ਨਾ ਸਰੀਰ ਨੂੰ ਭੁੱਖਾ ਕਰ ਦੋ। ਉਹ ਤੇ ਕਿਸੇ ਨੂੰ ਜਾਨਵਰ ਨੂੰ ਕਮਜ਼ੋਰ ਕਰਕੇ ਵਸ ਥੋੜ੍ਹਾ ਹੁੰਦਾ। ਫਿਰ ਉਹ ਜਾਨਵਰ ਉਹਨੇ ਭਾਰ ਖਿੱਚਣ ਜੋਗਾ ਨਹੀਂ ਰਹਿੰਦਾ ਜਿਹੜਾ ਕਮਜ਼ੋਰ ਹੋ ਜੇ। ਜੇ ਹੁਣ ਆਖੋ ਹਾਥੀ ਨੂੰ ਕਮਜ਼ੋਰ ਕਰਕੇ ਉਹਨੂੰ ਵਸ ਕਰ ਲਿਆ, ਜਿਹੜਾ ਤਗੜਾ ਹਾਥੀ ਆ, ਬਲਸ਼ਾਲੀ ਹਾਥੀ ਨੂੰ ਵਸ 'ਚ ਕਰਨ ਦਾ ਫਾਇਦਾ ਵਾ। ਹੁਣ ਜਿਹੜੇ ਕਮਜ਼ੋਰ ਹਾਥੀ ਜੰਗ 'ਚ ਲੈ ਜਾਈਏ ਹੁਣ ਵਸ 'ਚ ਕਰਕੇ, ਉਹਦੇ ਕੋਲ ਜੰਗ ਥੋੜ੍ਹਾ ਲੜੀ ਜਾਣੀ, ਉਹ ਤਾਂ ਵਿਚਾਰਾ ਮਸਾਂ ਹੀ ਤੁਰੂਗਾ। ਭੁੱਖਾ ਰੱਖ ਕੇ ਸਰੀਰ ਨੂੰ ਕਮਜ਼ੋਰ ਨਹੀਂ ਕਰਨਾ, ਇਹ ਤੇ ਗਲਤ ਤਰੀਕੇ ਆ। ਨੀਂਦਰਾ ਰੱਖ ਕੇ ਕਿਸੇ ਨੇ ਆਖਣਾ ਕੋਈ ਪਾਣੀ 'ਚ ਡਾਰੀਆਂ ਮਾਰਦਾ, ਨੀਂਦਰੇ ਨੂੰ ਕੀ ਸਮਝ ਆਉਣੀ। ਨੀਂਦਰਾ ਤੇ ਬੰਦਾ ਉਹ ਅੱਕਿਆ ਪਿਆ ਹੁੰਦਾ, ਕਿਤੇ ਬੰਦੇ ਨੂੰ ਜਾ ਕੇ ਨੀਂਦ 'ਚੋਂ ਠਾਲ ਦਿਓ, ਉਹਨੇ ਅੱਕਿਆ ਪੈਣਾ ਗਾੜੀਆਂ। ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸਾਰੇ ਤਰੀਕੇ ਨਕਾਰੇ ਆ। ਇਹ ਗੱਲ ਅਸੀਂ ਕਹਿ ਨਹੀਂ ਸਕਦੇ ਕਿ ਸਿਰਫ ਇਹ ਦੂਜਿਆਂ ਧਰਮਾਂ 'ਚ ਹੀ ਤਾਂ ਨਕਾਰੇ, ਅੱਜ ਸਾਡੇ 'ਚ ਵੀ ਆ ਗਏ ਆ। ਬਹੁਤ ਜ਼ਿਆਦਾ ਤਰੀਕੇ ਜਿਹੜੇ ਸਾਡੇ 'ਚ ਆ ਗਏ ਆ। ਇੱਕ ਪੁਜਾਰੀਵਾਦ ਨੇ ਬੜੇ ਤਰੀਕੇ ਲੈਂਦੇ ਆ। ਇਹ ਕਰਕੇ ਲੋੜ ਆ ਆਪ ਬਾਣੀ ਪੜ੍ਹਨ ਦੀ, ਆਪ ਬਾਣੀ ਸਮਝਣ ਦੀ। ਫਿਰ ਸਾਨੂੰ ਕੋਈ ਗਲਤ ਨਹੀਂ ਕਹਿ ਸਕਦਾ। ਗੁਰੂ ਨਾਨਕ ਪਾਤਸ਼ਾਹ ਨੇ ਸਭ ਕੁਝ ਦਿੱਤਾ, ਖਜ਼ਾਨਾ ਸਾਰਿਆਂ ਨੂੰ ਦਿੱਤਾ ਵਾ। ਕੋਈ ਚਾਹੇ ਘੋਨਾ, ਚਾਹੇ ਕੋਈ ਸਿੱਖ ਆ, ਹਿੰਦੂ, ਮੁਸਲਿਮ, ਸਿੱਖ, ਈਸਾਈ, ਕੋਈ ਵੀ ਜਾਤ ਦਾ ਵਾ, ਕੋਈ ਵੀ ਬਰਾਦਰੀ ਦਾ ਵਾ, ਆਪਣੇ ਆਪ ਨੂੰ ਕਹਿੰਦਾ ਇਨਸਾਨ ਆ ਨਾ, ਪੜ੍ਹ ਸਕਦਾ ਤੇ ਪੜ੍ਹੇ, ਵਿਚਾਰੇ। ਇਹ ਕਿਸ ਧਰਮ ਨਾਲ ਸੰਬੰਧਿਤ ਨਹੀਂ ਆ, ਇਹ ਸਾਰੀ ਲਿਕਾਈ ਨਾਲ ਸੰਬੰਧਿਤ ਆ। ਫਿਰ ਇਹ ਤੋਂ ਬਾਅਦ ਸਿਆਣਪਾਂ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਸਾਏ ਜਿੰਨੀਆਂ ਮਰਜ਼ੀ ਸਿਆਣਪਾਂ ਵਰਤ ਲਓ, ਇੰਨੀਆਂ ਗੱਲਾਂ ਤੋਂ ਬਾਅਦ ਵੀ ਜਿਹੜੀ ਮਰਜ਼ੀ ਕੋਈ ਲੱਖਾਂ ਕਰੋੜਾਂ ਉਦਾਹਰਨਾਂ ਵੀ ਦੇ ਸਕਦਾ ਸਿਆਣਪਾਂ ਦੀਆਂ ਆਪਣੀ ਜਾਣਕਾਰੀ ਦੇ ਅਨੁਸਾਰ। ਜਿੰਨੀਆਂ ਮਰਜ਼ੀ ਕਹਿੰਦੇ ਸਿਆਣਪਾਂ, ਜਦੋਂ ਉਹਨਾਂ ਸਾਰੀਆਂ ਸਿਆਣਪਾਂ, ਲੱਖਾਂ ਕਰੋੜਾਂ ਸਿਆਣਪਾਂ ਵੀ, ਤੇ ਇੱਕ ਨਹੀਂ ਨਾਲ ਵੀ ਇੱਕ ਚੀਜ਼ ਨੇ ਵੀ ਨਾਲ ਨਹੀਂ ਜਾਣਾ, ਤੇ ਨਾ ਹੀ ਇਹ ਸਿਆਣਪਾਂ ਨਾਲ ਤੁਹਾਡਾ ਮਨ ਵਸ ਵਿੱਚ ਹੋਣਾ। ਕਿਵੇਂ ਸੱਚਿਆਰਾ ਹੋਈਏ, ਕਹਿੰਦੇ ਫਿਰ ਸੱਚਿਆਰ ਕਿਵੇਂ ਹੋਈਏ, ਸੱਚੇ ਕਿਵੇਂ ਹੋਈਏ, ਰੱਬ ਨੂੰ ਪਾਉਣ ਵਾਲੇ ਕਿਵੇਂ ਹੋਈਏ, ਸੱਚ ਦੇ ਘਰ 'ਚ ਕਿਵੇਂ ਜਾਈਏ। ਕਿਉਂ ਕੂੜਾ ਟੁੱਟਾ ਪਾਲ, ਕੂੜ ਦੀ ਪਾਲ ਜਿਹੜੀ ਸਾਡੇ ਮਨ ਤੇ ਵੱਜੀ ਆ, ਕਿਸੇ ਦਾ ਮਾੜਾ ਸੋਚਣਾ, ਇਹ ਵੀ ਕੂੜ ਦੀ ਪਾਲ ਹੀ ਆ। ਤੇ ਹੋਰ ਕੂੜ ਦੀ ਪਾਲ ਜੇ ਕਹਿ ਦਈਏ ਤੇ ਗੁੱਸਾ ਲੱਗਣਾ ਵਾ। ਜਿਹੜੇ ਅਸੀਂ ਬਹੁਤੇ ਟਸ਼ਨ ਮਸ਼ਨ ਕਰਦੇ ਆ, ਜਿਵੇਂ ਸਰੀਰ ਨੂੰ ਭੁੱਖਾ ਰੱਖ ਕੇ ਆਖਣਾ ਜੀ ਰੱਬ ਦਾ ਨਾਮ ਲੈ ਲਓ, ਜਿਵੇਂ ਤੀਰਥਾਂ ਦੇ ਇਸ਼ਨਾਨ ਕਰ ਲਓ, ਜਾ ਕੇ ਤੀਰਥਾਂ ਦਾ ਰਟਨ ਕਰ ਲਓ, ਜੰਗਲਾਂ 'ਚ ਚਲ ਜਾਓ, ਮਨ ਨੂੰ ਰਜਾ ਲਓ, ਤਨ ਨੂੰ ਭੁੱਖਾ ਰੱਖ ਲਓ, ਨਹਾ ਕੇ। ਕੂੜ ਦੀ ਭਾਲ ਇਹੋ ਹੀ ਆ। ਜਿਹੜੇ ਧਰਮ ਦੇ ਨਾਂ ਤੇ ਐਸੇ ਕਾਰਜ ਕੀਤੇ ਜਾਂਦੇ ਆ, ਸਮੇਂ 'ਚ ਗੱਲ ਕਰਾਂਗੇ, ਧਰਮ ਦੇ ਨਾਂ ਤੇ ਐਸੇ ਗਲਤ ਕਾਰਜ ਜਿਹੜੇ ਕੀਤੇ ਜਾਂਦੇ ਜਿਨ੍ਹਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ, ਬਸ ਬਣਾਇਆ ਹੀ ਜਾਂਦਾ ਜਾਂ ਧਾਰਮਿਕ ਕੰਮ। ਕਿ ਕੂੜੇ ਟੁੱਟੇ ਪਾਲ, ਇਹ ਜਿਹੜੀਆਂ ਪਾਲਾਂ ਝੂਠ ਦੀਆਂ ਜਿਹੜੀਆਂ ਬਣਾਈਆਂ ਗਈਆਂ ਧਰਮ ਦੇ ਨਾਂ ਤੇ, ਕਿਵੇਂ ਟੁੱਟਣਗੀਆਂ। ਹੁਕਮ ਰਜਾਈ ਚੱਲਣਾ ਨਾਲ ਲਿਖਿਆ ਨਾਲ, ਉਹ ਸੱਚੇ ਦੀ ਹੁਕਮ 'ਚ ਚੱਲਣਾ, ਉਹਦੀ ਰਜਾ ਵਿੱਚ ਰਹਿਣਾ। ਫਿਰ ਹੀ ਕੂੜ ਦੀ ਜਿਹੜੀ ਪਾਲ ਆ ਟੁੱਟ ਸਕਦੀ ਆ। ਜੇ ਕੋਈ ਚਾਹੇ ਵੀ ਇਹ ਪੰਕਤੀਆਂ ਸਿਰਫ ਰੱਟੇ ਕਰੀ ਜਾਓ,
ਸੋਚੇ ਸੋਚ ਨਾ ਹੋਵੇ ਜੋ ਸੋਚੇ ਲਖਵਾਰ ਚ ਬਚਪਨ ਹੋ ਜਲਾਇ ਰਾਂ ਤਾਰ ਪਖਾ ਪਖਣ ਤ੍ਰਿਜ ਬਨਾ ਬਰੇ ਪਾਸਾ ਸੈਣ ਬਲਾ ਖਾਏ ਦੇਖਣ ਚਲਾਣ ਕੇ ਸਚਿਆਰ ਹੋਏ ਕੇ ਗੋੜ ਤੇ ਟਬਾਲ ਉਮਰ ਤੇ ਚਲਾਣਾ ਨਾਨਕ ਲਿਖੇ ਨਾਲ। ਤੇ ਜਿਵੇਂ ਪੜੋਗੇ ਤੇ ਕੋਈ ਸਮਝ ਨਹੀਂ ਆਉਣੀ, ਭਾਵੇਂ 90 ਸਾਲ ਭਾਵੇਂ 100 ਸਾਲ ਪੜ੍ਹਦੇ ਰਹੋ ਬੜੇ ਬਜ਼ੁਰਗ। ਬਾਣੀ ਸਾਰੀ ਗੁਰੂ ਨਾਨਕ ਪਾਤਸ਼ਾਹ ਨੇ ਕਾਵਿ ਰਚਨਾ ਚ ਲਿਖੀ ਹੈ, ਪਰ ਸਾਨੂੰ ਸਮਝਾਉਣ ਵਾਸਤੇ ਲਿਖੀ ਹੈ। ਸਾਨੂੰ ਪੜ੍ਹ ਕੇ ਤੇ ਸਮਝਣੀ ਪੈਣੀ ਹੈ, ਇਕੱਲੇ ਰੱਟੇ ਮਾਰਿਆ ਕੁਛ ਨਹੀਂ ਬਣਨਾ। ਜੇ ਕਹੀਏ ਠੀਕ ਆ ਇੱਕ ਵਾਰੀ ਬਾਣੀਆਂ ਵੱਧ ਪੜ੍ਹੋ, ਤੁਹਾਨੂੰ ਅੱਖਰਾਂ ਦੀ ਸਮਝ ਆ ਗਈ, ਫਿਰ ਉਹਨੂੰ ਸਮਝੋ। ਜੇ ਕਹੋ ਸਾਰੀ ਉਮਰ ਪੜ੍ਹੀ ਗਏ ਇੱਕੋ ਅਵਸਥਾ 'ਚ ਚੱਲੀ ਗਏ ਤੇ ਕੁਛ ਨਹੀਂ ਬਣਨਾ, ਕੁਛ ਨਹੀਂ ਸਮਝ ਆਉਣੀ। ਜੇ ਨਹੀਂ ਸਾਨੂੰ ਲੱਗਦਾ ਅਸੀਂ ਗਲਤ ਕਹਿੰਦੇ, ਆਪ ਪੜ੍ਹ ਕੇ ਵੇਖ ਲਓ, ਤੁਹਾਨੂੰ ਵੀ ਪਤਾ ਲੱਗੂ ਵੀ ਹਰ ਪੰਕਤੀ ਮਤਲਬ ਰੱਖਦੀ ਆ ਗੁਰਬਾਣੀ ਦੀ। ਜਿੰਨੀਆਂ ਵੀ ਪੰਕਤੀਆਂ ਪੜ੍ਹੋਗੇ ਹਰ ਪੰਕਤੀ ਦਾ ਮਤਲਬ। ਕਹੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਓ, ਸੱਚੇ ਦਾ ਨਾਮ ਧਿਆਓ। ਜੇ ਸੁੱਚ ਹੋਵੇ, ਸੁੱਚ ਮਨ ਦੀ ਸੁੱਚਤਾ ਦੀ ਗੱਲ ਕੀਤੀ ਗਈ, ਨਾ ਕਿ ਤਨ ਦੀ ਨਹਾਉਣ ਦੀ ਗੱਲ ਨਹੀਂ ਕੀਤੀ ਗਈ। ਤੇ ਹਰ ਪੰਕਤੀ ਅਰਥ ਰੱਖਦੀ। ਜਿਉਂ-ਜਿਉਂ ਗੁਰਬਾਣੀ 'ਚ ਗਾਂਹ-ਗਾਂਹ ਜਾਈ ਜਾਓਗੇ, ਪੜ੍ਹੀ ਜਾਓਗੇ, ਤੁਹਾਨੂੰ ਹਰ ਪੰਕਤੀ ਦਾ ਅਰਥ ਪਤਾ ਲੱਗੀ ਜਾਣਾ। ਫਿਰ ਇਹ ਸਮਝਾਉਣੀ ਵੀ ਇਹ ਕਾਵਿ ਰਚਨਾ ਹੈ, ਤੇ ਜਿਹੜੀ ਸਮਝਾਉਣਾ ਕੀਤਾ ਸੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ, ਜਿਹੜੇ ਵਿਅਰਥ ਦੇ ਧਰਮ ਦੇ ਨਾਂ ਤੇ ਕੰਮ ਜਿਹੜੇ ਸਾਨੂੰ ਦੱਸੇ ਜਾਂਦੇ ਆ, ਤੇ ਸਾਧ ਵੀ ਇਦਾਂ ਦੇ ਆ, ਸਾਧ ਦੇ ਨਾਂ ਦੇ ਤੇ ਗੁਰਦੁਆਰਾ ਬਣਦਾ ਸਾਧਾਂ ਦੀ ਮਾਈਆਂ ਦੇ ਨਾਂ ਤੇ ਵੀ ਬਣਾ ਦਿੰਦੇ ਆ, ਮੱਥੇ ਟਿਕਾਈ ਜਾਂਦੇ ਸਾਨੂੰ ਹਰ ਥਾਂ ਤੇ। ਜਦ ਕਿ ਮੱਥਾ ਤਾਂ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟੇਕਣਾ ਸੀ, ਉਹ ਤਾਂ ਸਿਰਫ ਨਾਂ ਦਾ ਰੱਖ ਦਿੱਤਾ ਜਾਂਦਾ ਵਾ, ਸਮਝਾਇਆ ਜਾਂਦਾ ਨਹੀਂ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੋਣਾ ਸਭ ਕੁਝ ਸਮਝਾਉਣਾ ਕੀਤਾ ਵਾ। ਗੁਰਬਾਣੀ ਆਪ ਪੜ੍ਹੋ, ਆਪ ਸਮਝੋ, ਫਿਰ ਸਾਨੂੰ ਸਮਝ ਆਉਣੀ। ਸਾਨੂੰ ਫਿਰ ਮੱਥਾ ਟੇਕਣ ਦੀ ਵੀ ਕਿਤੇ ਲੋੜ ਨਹੀਂ ਹੈ। ਫਿਰ ਸਾਨੂੰ ਇਹ ਪਤਾ ਲੱਗ ਜਾਣਾ ਗੁਰੂ ਘਰ ਦਾਨ ਦਿੱਤਾ ਤੇ ਗਰੀਬ ਨੂੰ ਦਾਨ ਦਿੱਤਾ, ਕਿਉਂਕਿ ਗੁਰੂ ਕੀ ਗੋਲਕ ਤੇ ਗਰੀਬ ਦਾ ਮੂੰਹ ਆ, ਇੱਕ ਬਰਾਬਰ ਹੀ ਆ। ਸਭ ਕੋ ਉਮੀਦ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਵਾਲੀ ਸੋਚ ਹੋ ਜਾਣੀ ਆ। ਕਰਕੇ ਕੋਸ਼ਿਸ਼ ਕਰਿਆ ਕਰੋ, ਭਾਵੇਂ ਰੋਜ਼ ਦਾ ਏਕਾਂਗੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪੜ੍ਹੋ ਵਿਚਾਰੋ। ਜੇ ਕਿ ਉਹਨੂੰ ਚਾਹੀਦੇ ਹੋਣਗੇ ਟੀਕੇ ਤੇ ਨੰਬਰ +1 438 438 815 815 7533 7533 ਤੇ WhatsApp ਤੇ ਮੈਸੇਜ ਕਰ ਦਿਓ, ਸੈਂਡ ਕਰ ਦਿਆਂਗੇ। PDF ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੈਗੇ ਆ, ਨਿਤਨੇਮ ਦੇ ਵੀ ਹੈਗੇ, ਜੋ ਵੀ ਸਾਡੇ ਕੋਲ ਅਵੇਲੇਬਲ ਹੋਊ ਸੈਂਡ ਕਰਾਂਗੇ। ਕਈ ਵਾਰ ਵੀਰ ਭੈਣਾਂ ਕਹਿ ਦਿੰਦੇ ਆ ਉਹ ਨਹੀਂ ਹੁੰਦੇ। PDF ਹੈਗੀ ਆ, ਸਾਰੇ ਪੜ੍ਹੋ, ਸਾਰੇ ਵਿਚਾਰੋ, ਫਿਰ ਹੀ ਸਾਨੂੰ ਸੋਝੀ ਆਉਣੀ ਆ। ਭਾਸ਼ਾ ਵੀ ਜਿੰਦੀ ਰਹੂਗੀ ਤੇ ਗੁਰਬਾਣੀ ਵੀ, ਤੇ ਗੁਰਬਾਣੀ ਦੀ ਸਮਝ ਵੀ ਸਾਨੂੰ ਆਉਂਦੀ ਰਹੂਗੀ। ਕਿ ਕੋਸ਼ਿਸ਼ ਕਰਿਆ ਕਰੋ ਰੋਜ਼ ਦਾ, ਜੇ ਬਹੁਤੀਆਂ ਬਾਣੀਆਂ 50 ਅੰਗ ਪੜ੍ਹਦੇ ਜੇ 10 ਪੜ੍ਹ ਲਓ, ਪਰ ਵਿਚਾਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।